नौजवान की एक आइकॉन कह सकते हैं कि वो वजों असी सानू इन्ना सत्कार मिलिया ਉਹਦੇ करके ही ये टिकट साडी ਝੋਲੀ पई है। ਇਹ ਤੇ ਆਵਾਜ਼ ਹੀ ਲੋਕਾਂ ਦੀ ਸੀ ਕਿ ਕਿਸਾਨ ਇਸ ਰਾਜਨੀਤੀ ਦੇ ਵਿੱਚ ਆਣ ਕੇ ਅਸੀਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ। ਹੁਣ ਲੋਕਾਂ ਦੇ ਹੱਥ ਮੌਕਾ ਆ, ਹਰ ਵਰਗ ਨੂੰ ਪਤਾ ਆ ਕਿ ਕਿਸ ਤਰ੍ਹਾਂ ਅਸੀਂ ਕਿਸਾਨੀ ਦਾ ਘੋਲ ਜਿੱਤਿਆ ਤੇ ਰਾਜਨੀਤੀ ਘੋਲ ਦੇ ਵਿੱਚ ਸਿਆਸੀ ਪਾਰਟੀਆਂ ਵਾਲੇ ਆਗੂ ਤੇ ਕਿਤੇ ਲੱਭੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਲੱਭਣਗੇ। ਅਸੀਂ ਕੀ ਗੱਲ ਸਾਰੀ ਉਮਰ ਦਾ ਠੇਕਾ ਲਿਆ ਆ ਕਿ ਅਸੀਂ ਸੰਘਰਸ਼ ਹੀ ਕਰਨਾ ਆ ਬਹਿ ਕੇ ਸੜਕਾਂ ਦੇ ਉੱਪਰ। ਜੇ ਇੱਥੇ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਬਣਦੇ ਨੇ, ਅਸੀਂ ਉੱਥੇ ਕਿਉਂ ਪਹੁੰਚ ਕੇ ਆਪਣੇ ਹੱਕਾਂ ਦੀ ਗੱਲ ਕਿਉਂ ਨਹੀਂ ਕਰ ਸਕਦੇ? ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਜਿਹੜੇ ਕਿਸਾਨਾਂ ਨੇ ਰਾਜਨੀਤੀ ਸਟੇਜ ਦਾ ਸਹਾਰਾ ਲੈ ਕੇ ਪੋਲੀਟੀਕਲ ਆਪਣਾ ਬਣਾਉਣਾ ਚਾਹੁੰਦੇ ਸੀ, ਇਮੇਜ ਬਣਾਉਣਾ ਚਾਹੁੰਦੇ ਸੀ, ਤਾਂ ਕਰਕੇ ਹੁਣ ਰਾਜਨੀਤੀ 'ਚ ਆ ਗਏ ਨੇ। ਰਾਜਨੀਤਿਕ ਪਾਰਟੀਆਂ ਦੇ ਵਿੱਚ ਹੋ ਕੀ ਰਿਹਾ? ਪਹਿਲਾਂ ਦਾਦੇ ਤੋਂ ਬਾਅਦ ਪੋਤਰਾ, ਪੋਤਰੇ ਤੋਂ ਬਾਅਦ ਅੱਗੇ ਪੜ ਪੋਤਰਾ। ਇਹ ਤੇ ਰਵਾਇਤੀ ਵਾਲਾ ਇੱਕ ਜ਼ਗੀਰ ਵਾਲਾ ਹੀ ਲਿਖਾ ਕੇ ਹਿਸਾਬ ਹੋ ਗਿਆ ਵੀ ਇਹ ਤਾਂ ਸਾਡੀ ਮਾਲਕੀ ਆ ਤੇ ਸਾਡੇ ਪਰਿਵਾਰ 'ਚ ਹੀ ਰਹੂਗੀ। ਪਿਛਲੇ 70 ਸਾਲਾਂ ਦੇ ਵਿੱਚੋਂ ਇੰਨਾ ਫਸਲਾਂ ਦਾ ਖਰਾਬਾ ਹੁੰਦਾ, ਕਿੱਥੇ ਕਿਸੇ ਨੂੰ ਕੋਈ ਮੁਆਵਜ਼ਾ ਮਿਲਦਾ? ਕਿਉਂ ਮਜ਼ਦੂਰ ਅੱਜ ਤੱਕ ਸਾਡੇ ਚੌਂਕਾਂ ਦੇ ਵਿੱਚ ਖੜ ਕੇ ਦਿਹਾੜੀ ਦੀ ਵੇਟ ਕਰਦੇ ਆ? ਕਿਉਂ ਨਰੇਗਾ ਨੂੰ ਪ੍ਰੋਪਰ ਤਰੀਕੇ ਨਾਲ ਪਿੰਡਾਂ ਤੱਕ ਨਹੀਂ ਪਹੁੰਚਾਇਆ ਗਿਆ? ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ, ਜਿਹੜਾ ਛੋਟਾ ਵਪਾਰੀ ਵਰਗਾ ਉਹ ਕਿੱਥੇ ਜਾਊਗਾ? ਜਿਨ੍ਹਾਂ ਨੇ 1.5 ਸਾਲ ਬੈਠ ਕੇ ਸੜਕਾਂ ਦੇ ਉੱਤੇ ਕੁੱਟ ਖਾਧੀ ਆ, ਮਾਰ ਖਾਧੀ ਆ, ਤਾਪ ਝੱਲਿਆ ਆ, ਤਪਦੀ ਗਰਮੀ ਦੇ ਵਿੱਚ ਠੰਡ ਝੱਲੀ ਆ, ਘਰੋਂ ਬੇਘਰ ਰਹੇ ਨੇ, ਕੀ ਉਹ ਅੱਜ ਜਾ ਕੇ ਅਕਾਲੀ, ਕਾਂਗਰਸੀ, ਆਮ ਪਾਰਟੀ ਵਾਲਿਆਂ ਨੂੰ ਵੋਟਾਂ ਪਾ ਦੇਣਗੇ? ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ। ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ। ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ, ਉੱਥੇ ਹੀ ਸਿਆਸੀ ਪਾਰਾ ਜੋ ਹੈ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤੇ ਗੁਰਦਾਸਪੁਰ ਦੇ ਹਲਕੇ ਵਿੱਚ ਲਗਾਤਾਰ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਕਿਸਾਨ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕਰਤਾ ਗਿਆ ਹੈ। ਸੰਯੁਕਤ ਸਮਾਜ ਮੋਰਚੇ ਵੱਲੋਂ ਗੁਰਦਾਸਪੁਰ ਤੋਂ ਇੰਦਰਪਾਲ ਸਿੰਘ ਬੈਂਸ ਨੂੰ ਆਪਣਾ ਉਮੀਦਵਾਰ ਐਲਾਨਿਆ। ਸਾਡੇ ਨਾਲ ਹੈਗੇ ਨੇ। ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇੰਦਰਪਾਲ ਉਹ ਸ਼ਖਸ ਹੈ ਜਿਸ ਨੇ ਕਿਸਾਨੀ ਮੋਰਚੇ ਦੌਰਾਨ ਟਰੱਕ ਤੋਂ ਛਲਾਂਗ ਮਾਰ ਕੇ ਪੁਲਿਸ ਨੂੰ ਭੱਜਣਾ ਪਾਈਆਂ ਸਨ ਤੇ ਜਿਸ ਤੋਂ ਬਾਅਦ ਬੈਰੀਕੇਡ ਤੋੜੇ ਸੀਗੇ ਤੇ ਉਸ ਸੰਘਰਸ਼ ਦੇ ਵਿੱਚ ਅਹਿਮ ਯੋਗਦਾਨ ਨਿਭਾਉਣ ਦੇ ਚੱਲਦਿਆਂ ਇਹਨਾਂ ਨੂੰ ਟਿਕਟ ਦੇ ਕੇ ਕਿਸਾਨੀ ਮੋਰਚੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਸਾਡੇ ਨਾਲ ਹੈਗੇ ਨਾਲ ਗੱਲਬਾਤ ਕਰ ਲੈਂਦੇ ਆ। ਇੰਦਰਪਾਲ ਜੀ, ਜਾਦਵ ਜੀ, ਤੁਹਾਨੂੰ ਸਭ ਤੋਂ ਪਹਿਲਾਂ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ ਐਲਾਨਿਆ ਵਾ ਗੁਰਦਾਸਪੁਰ ਹਲਕੇ ਤੋਂ, ਕਿਸ ਤਰ੍ਹਾਂ ਵੇਖਦੇ ਹੋ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਔਰ ਅੱਜ ਜਿਹੜੀ ਇਹ ਉਮੀਦਵਾਰ ਐਲਾਨਿਆ ਗਿਆ ਉਹ ਤੇ ਅਸੀਂ ਕਹਿ ਸਕਦੇ ਹਾਂ ਕਿ ਜਿੰਨੀਆਂ ਵੀ ਸੇਵਾਵਾਂ ਪਹਿਲਾਂ ਨਿਭਾਈਆਂ ਨੇ ਅਸੀਂ ਸਮਾਜਿਕ ਤੌਰ ਤੇ, ਉਹਦਾ ਇੱਕ ਫਲ ਮਿਲਿਆ ਜਿਹਨੂੰ ਕਹਿ ਸਕਦੇ ਹਾਂ। ਕਿਉਂਕਿ ਲੰਬੇ ਸਮੇਂ ਤੋਂ ਅਸੀਂ ਜਿੱਥੇ ਸਮਾਜ ਸੇਵਾ ਦੇ ਵਿੱਚ ਲੱਗੇ ਹੋਏ ਹਾਂ, ਕਰੋਨਾ ਕਾਲ ਦੇ ਵਿੱਚ ਘਰ ਘਰ ਜਾ ਕੇ ਜਿੱਥੇ ਤੱਕ ਵੀ ਰਾਸ਼ਨ ਪਹੁੰਚਦਾ ਕਰ ਸਕੀਏ, ਜਿੰਨੀ ਕੁ ਸੇਵਾਵਾਂ ਸਾਡੇ ਕੋਲ ਕੀਤੀਆਂ ਗਈਆਂ ਉਨੀਆਂ ਕੁ ਅਸੀਂ ਨਿਭਾਈਆਂ। ਔਰ ਜਦੋਂ ਤੋਂ ਇਹ ਕਾਲੇ ਕਾਨੂੰਨ ਲਾਗੂ ਹੋਏ ਸੀ ਉਸ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਅਸੀਂ ਇਸ ਅੰਦੋਲਨ ਦੇ ਵਿੱਚ ਡਟੇ ਤੇ ਸੀ। ਅਸੀਂ ਇੱਕ ਕਿਸਾਨੀ ਕਰਕੇ, ਪਰ ਜਿਸ ਤਰ੍ਹਾਂ ਇਹ ਅੰਦੋਲਨ ਅੱਗੇ ਚੱਲ ਗਿਆ, ਇਹ ਇੱਕ ਜਨ ਅੰਦੋਲਨ ਬਣਦਾ ਗਿਆ। ਉਸ ਤੋਂ ਬਾਅਦ ਅਸੀਂ ਮਹਿਸੂਸ ਕਰਦੇ ਹਾਂ ਵੀ ਸਾਡੇ ਗੁਰਦਾਸਪੁਰ ਦੀ ਜੇ ਗੱਲ ਕਰੀਏ ਤੇ ਇੱਥੇ ਇੱਕ ਕਿਸਾਨ ਬ੍ਰਿਗੇਡ ਸਾਹਮਣੇ ਆਈ ਆ। ਬ੍ਰਿਗੇਡ ਤੋਂ ਮਤਲਬ ਵੀ ਉਹਦੇ ਵਿੱਚ ਸਾਰੇ ਵਰਗ ਸਾਡੇ ਨਾਲ ਨੇ, ਕਿਸਾਨ ਵੀ, ਮਜ਼ਦੂਰ ਵੀ, ਵਪਾਰੀ ਵੀ, ਦੁਕਾਨਦਾਰ ਵੀ। ਕਿਉਂਕਿ ਜੇ ਇਕੱਲੇ ਆਪਾਂ ਸੰਘਰਸ਼ ਦੀ ਪਹਿਲਾਂ ਮੈਂ ਗੱਲ ਕਰ ਲਿਆ, ਸੰਘਰਸ਼ ਦੇ ਵਿੱਚ ਜਦੋਂ ਅਸੀਂ ਤੁਰੇ ਆ ਤੇ ਨੌਜਵਾਨ ਹੋਣ ਦੇ ਨਾਤੇ ਸਾਡੇ ਵਿੱਚ ਜਜ਼ਬਾ, ਜੋਸ਼ ਸੀਗਾ। ਤੇ ਜਿਸ ਦਿਨ ਅਸੀਂ 26 ਨਵੰਬਰ ਨੂੰ ਪੰਜਾਬ ਤੋਂ ਦਿੱਲੀ ਵੱਲ ਜਾਣ ਦੀ ਕੂਚ ਕੀਤੀ, ਸਾਡੇ ਜਥੇਬੰਦੀਆਂ ਵੱਲੋਂ ਜੋ ਆਇਆ ਸੀਗਾ, ਉੱਥੇ ਸ਼ੰਭੂ ਬਾਰਡਰ ਤੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਬੜੀ ਜਦੋਜਹਿਦ ਕਰਕੇ ਅਥਰੂ ਗੈਸ ਦੇ ਗੋਲੇ ਸਾਹਮਣੇ ਕੀਤੇ ਗਏ। ਪੂਰੀ ਅੱਤ ਦੀ ਠੰਡ ਦੇ ਵਿੱਚ ਪਾਣੀ ਦੀਆਂ ਬੁਛਾੜਾਂ, ਗੰਦੇ ਪਾਣੀ ਦੀਆਂ, ਲਾਠੀ ਚਾਰਜ, ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਬੜਾ ਕੁਝ ਇਦਾਂ ਦਾ ਹੋਇਆ। ਪਰ ਉਸ ਤੋਂ ਬਾਅਦ ਇੱਕ ਅਸੀਂ ਸਾਰੇ ਬੈਰੀਕੇਡ ਤੋੜਨ ਦੇ ਵਿੱਚ ਕਾਮਯਾਬ ਰਹੇ। ਤੇ ਇੱਕ ਜਿਹੜੀ ਤੁਸੀਂ ਮੇਰੀ ਵੀਡੀਓ ਦਾ ਜ਼ਿਕਰ ਕੀਤਾ ਆ ਵੀ ਰਸਤਾ ਰੋਕਿਆ ਹੋਇਆ ਸੀਗਾ ਟਰੱਕ ਲਾ ਕੇ, ਔਰ ਕਿਉਂਕਿ ਡਰਾਈਵਰੀ ਦੇ ਵਿੱਚ ਐਕਸਪਰਟ ਆ ਤੇ ਫਿਰ ਉਹ ਅਚਨਚੇਤ ਉਹ ਟਰੱਕ ਦੇ ਉੱਤੇ ਚੜ੍ਹ ਗਏ ਅਸੀਂ ਤੇ ਉਸ ਨੂੰ ਪਿੱਛੇ ਕਰਕੇ ਜਦੋਂ ਰਾਹ ਖੋਲ੍ਹਿਆ ਤੇ ਮੈਂ ਬਿਲਕੁਲ ਹੀ ਪੁਲਿਸ ਦੇ ਘੇਰੇ ਵਿੱਚ ਸੀ। ਫਿਰ ਆਪਣੇ ਆਪ ਨੂੰ ਬਚਾਉਣ ਵਾਸਤੇ, ਮੈਨੂੰ ਨਿਕਲਣ ਦੇ ਘੇਰੇ ਵਾਸਤੇ ਇਹਨਾਂ ਦੇ ਉੱਪਰ ਹੀ ਛਾਲ ਮਾਰ ਕੇ ਫਿਰ ਇਹਨਾਂ ਨੂੰ ਪਹਿਲਾਂ ਆਪਣੇ ਦੇ ਨਾਲ ਆਪਣੇ ਆਪ ਨੂੰ ਘੇਰੇ ਤੋਂ, ਉਹਨਾਂ ਤੋਂ ਡਰ ਤੋਂ ਬਾਹਰ ਕੀਤਾ। ਤੇ ਅੱਜ ਜਿਹੜੀ ਇੱਕ ਕਹਿ ਸਕਦੇ ਹਾਂ ਕਿ ਸਾਡੇ ਹੱਥੇ ਸਾਡੀ ਝੋਲੀ ਦੇ ਵਿੱਚ ਟਿਕਟ ਪਾਈ ਗਈ ਆ, ਉਹ ਅੰਦੋਲਨ ਦੇ ਵਿੱਚ ਅਸੀਂ ਘਰ ਘਰ ਜਾ ਕੇ ਮਿਹਨਤ ਕੀਤੀ ਆ। ਵੱਡੇ ਕਾਫਲੇ ਲੈ ਕੇ ਦਿੱਲੀ ਨੂੰ ਗਏ ਆ, ਔਰ ਨਾਲ ਦੀ ਨਾਲ ਮਹਾ ਪੰਚਾਇਤਾਂ ਵੀ ਵੱਡੀਆਂ ਕਰਵਾਈਆਂ ਨੇ।
ਉਹ ਸਾਰੀਆਂ ਹੀ ਸੇਵਾਵਾਂ ਵੇਖ ਕੇ, ਲੋਕਾਂ ਦਾ ਪਿਆਰ ਦੇਖ ਕੇ, ਵੱਡਾ ਸਾਥ ਵੇਖ ਕੇ ਸਾਡੀ ਹਾਈ ਕਮਾਂਡ ਨੇ ਸਾਡੇ ਤੇ ਭਰੋਸਾ ਜਤਾਇਆ। ਔਰ ਜਿਸ ਤਰ੍ਹਾਂ ਸਾਡੀ ਵੀਡੀਓ ਵਾਇਰਲ ਹੋਈ ਸੀ, ਉਹਦੇ ਨਾਲ ਇੱਕ ਵੱਡਾ ਨੌਜਵਾਨ ਦੀ ਇੱਕ ਆਈਕਨ ਕਹਿ ਸਕਦੇ ਹਾਂ ਕਿ ਉਹ ਵਜੋਂ ਸਾਨੂੰ ਇੰਨਾ ਸਤਿਕਾਰ ਮਿਲਿਆ, ਉਹਦੇ ਕਰਕੇ ਹੀ ਇਹ ਟਿਕਟ ਸਾਡੀ ਝੋਲੀ ਪਈ ਹੈ ਜੀ। ਇੰਦਰਪਾਲ ਜੀ, ਪਹਿਲਾਂ ਲੜਾਈ ਇਕੱਲੀ ਕਿਸਾਨੀ ਸੰਘਰਸ਼ ਦੀ, ਹੁਣ ਲੜਾਈ ਪੂਰੇ ਪੰਜਾਬ ਦੀ ਹੈਗੀ ਆ, ਕਿਉਂਕਿ ਉਦੋਂ ਸਿਰਫ ਮੱਥਾ ਹੈਗਾ ਸੀਗਾ ਬੀਜੇਪੀ ਨਾਲ, ਹੁਣ ਤਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਮੱਥਾ ਲਾਉਣ ਜਾ ਰਹੇ ਹੋ, ਲੱਗਦਾ ਲੋਕ ਸਾਥ ਦੇਣਗੇ? ਜੀ ਬਿਲਕੁਲ ਸਾਥ ਦੇਣਗੇ, ਕਿਉਂ ਨਹੀਂ ਦੇਣਗੇ? ਕਿਉਂਕਿ ਇਸ ਅੰਦੋਲਨ ਦੇ ਵਿੱਚ ਵੀ ਤੇ ਸਾਰੇ ਹੀ ਵੱਖ-ਵੱਖ ਸਟੇਟਾਂ ਤੋਂ ਹਰੇਕ ਕਮਿਊਨਿਟੀ ਸਾਡਾ ਸਾਥ ਦੇ ਰਹੀ ਆ। ਕਿਸੇ ਕੋਲ ਸਮਾਂ ਘੱਟ ਆ, ਉਹ ਵੀ ਸਾਡਾ ਸਾਥ ਦਿੰਦੇ ਨੇ। ਜੇ ਦੁਕਾਨਦਾਰ ਵਰਗੇ ਆ, ਉਹ ਦੁਕਾਨਾਂ ਛੱਡ ਕੇ ਨਹੀਂ ਜਾਂਦੇ, ਪਰ ਉਹਨਾਂ ਨੇ ਸਾਨੂੰ ਫਾਈਨੈਂਸ਼ੀਅਲੀ ਸਪੋਰਟ ਕੀਤੀ ਆ। ਜੇ ਮੁਲਾਜ਼ਮ ਵਰਗ ਆ, ਉਹ ਸਾਡੇ ਦੇ ਨਾਲ ਜਾ ਕੇ ਧਰਨਿਆਂ 'ਚ ਵੀ ਬੈਠਦੇ ਰਹੇ ਨੇ, ਉਹ ਸਾਡੀ ਮਦਦ ਦੇ ਉੱਪਰ ਉਤਰਦੇ ਰਹੇ ਨੇ। ਤੇ ਜੇ ਮਜ਼ਦੂਰਾਂ ਦੀ ਗੱਲ ਕਰੀਏ, ਜੇ ਸਾਰੇ ਹੀ ਮਜ਼ਦੂਰ ਵਰਗ ਸਾਡੇ ਨਾਲ ਆ ਕੇ ਇਸ ਅੰਦੋਲਨ ਦੇ ਵਿੱਚ ਬੈਠ ਜਾਂਦੇ ਤੇ ਫਿਰ ਉਹਨਾਂ ਦਾ ਘਰ ਕਿੱਦਾਂ ਚੱਲਦਾ? ਕਿਉਂਕਿ ਉਹ ਤੇ ਰੋਜ਼ ਹੀ ਰੋਜ਼ ਕਮਾ ਕੇ ਆਪਣੇ ਪਰਿਵਾਰ ਨੂੰ ਪਾਲਣ ਵਾਲੀ ਗੱਲ ਆ। ਬਟ ਦਿਲੋਂ ਹਰ ਵਰਗ ਸਾਡੇ ਨਾਲ ਇਸ ਅੰਦੋਲਨ ਦੇ ਵਿੱਚ ਸੀ, ਉਹਨਾਂ ਦੀਆਂ ਅਰਦਾਸਾਂ ਸਾਡੇ ਨਾਲ ਸੀ, ਪੂਰੀ ਸਪੋਰਟ ਸੀ। ਔਰ ਹੁਣ ਵੀ ਇੱਕ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਕੀ ਇਸ ਰਾਜਨੀਤਿਕ ਪੱਖ ਦੇ ਵਿੱਚ ਸਾਥ ਮਿਲੂਗਾ, ਇਹ ਤੇ ਆਵਾਜ਼ ਹੀ ਲੋਕਾਂ ਦੀ ਸੀ ਵੀ ਕਿਸਾਨ ਇਸ ਰਾਜਨੀਤੀ ਦੇ ਵਿੱਚ ਆਣ ਕੇ ਅਸੀਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ। ਹੁਣ ਲੋਕਾਂ ਦੇ ਹੱਥ ਮੌਕਾ ਆ, ਕਿਤੇ ਨਾ ਕਿਤੇ ਇਹ ਗੱਲ ਨਿਕਲਦੀ ਆ ਕਿ ਸ਼ਾਇਦ ਨਾ ਕਿਸਾਨ ਥੋੜੇ ਲੇਟ ਹੋ ਗਏ ਨੇ, ਪਰ ਇਦਾਂ ਦਾ ਕੁਝ ਨਹੀਂ। ਅਜੇ ਕਿਹੜੀਆਂ ਵੋਟਾਂ ਪੈ ਗਈਆਂ ਨੇ? ਵੋਟਾਂ ਦੇ ਅਜੇ ਤੇ ਤਕਰੀਬਨ 25 ਦਿਨ ਬਾਕੀ ਨੇ। ਤੇ ਜਿਸ ਦਾ ਮਨ ਬਦਲਣਾ ਹੋਵੇ, ਉਹਦੇ ਬੂਥ ਤੱਕ ਜਾਂਦੇ ਜਾਂਦੇ ਮਨ ਬਦਲ ਜਾਂਦਾ। ਤੇ ਇਹ ਤੇ ਆਲਰੇਡੀ ਅਸੀਂ ਪਿੰਡਾਂ ਦੇ ਵਿੱਚ ਸਾਡਾ ਆਲਰੇਡੀ ਕੇਡਰ ਹੈਗਾ ਆ, ਮਜ਼ਦੂਰ ਵਰਗ ਨਾਲ, ਵਪਾਰੀ, ਦੁਕਾਨਦਾਰ ਵਰਗ, ਹਰ ਵਰਗ ਨੂੰ ਪਤਾ ਆ ਵੀ ਕਿਸ ਤਰ੍ਹਾਂ ਅਸੀਂ ਕਿਸਾਨੀ ਦਾ ਘੋਲ ਜਿੱਤਿਆ। ਤੇ ਰਾਜਨੀਤਿਕ ਘੋਲ ਦੇ ਵਿੱਚ ਸਿਆਸੀ ਪਾਰਟੀਆਂ ਵਾਲੇ ਆਗੂ ਤੇ ਕਿਤੇ ਲੱਭੇ ਨਹੀਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਲੱਭਣਗੇ ਵੀ। ਲੋਕ ਇਹ ਵੀ ਗੱਲ ਕਹਿ ਰਹੇ ਨੇ ਵੀ ਜਿਹੜੇ ਕਿਸਾਨਾਂ ਨੇ ਰਾਜਨੀਤੀ ਸਟੇਜ ਦਾ ਸਹਾਰਾ ਲੈ ਕੇ ਪੋਲੀਟੀਕਲ ਆਪਣਾ ਬਣਾਉਣਾ ਚਾਹੁੰਦੇ ਸੀ, ਇਮੇਜ ਬਣਾਉਣਾ ਚਾਹੁੰਦੇ ਸੀ, ਤਾਂ ਕਰਕੇ ਹੁਣ ਰਾਜਨੀਤੀ 'ਚ ਆ ਗਏ ਨੇ। ਜੀ ਬਿਲਕੁਲ ਇਦਾਂ ਦੀ ਤੇ ਕੋਈ ਗੱਲ ਨਹੀਂ ਹੈ। ਇਹ ਰਾਜਨੀਤੀ ਕਿਸੇ ਦੀ ਬੱਜੀ ਤੇ ਹੋਈ ਨਹੀਂ, ਜਾਂ ਲਿਖਾਈ ਤੇ ਹੋਈ ਨਹੀਂ, ਨਾ ਹੀ ਇਹ ਕਿਸੇ ਦੀਆਂ ਜ਼ਗੀਰਾਂ ਨੇ। ਰਾਜਨੀਤਿਕ ਪਾਰਟੀਆਂ ਦੇ ਵਿੱਚ ਹੋ ਕੀ ਰਿਹਾ? ਪਹਿਲਾਂ ਦਾਦੇ ਤੋਂ ਬਾਅਦ ਪੋਤਰਾ, ਪੋਤਰੇ ਤੋਂ ਬਾਅਦ ਅੱਗੇ ਪੜ ਪੋਤਰਾ। ਇਹ ਤੇ ਰਵਾਇਤੀ ਵਾਲਾ ਇੱਕ ਜ਼ਗੀਰ ਵਾਲਾ ਹੀ ਲਿਖਾ ਕੇ ਹਿਸਾਬ ਹੋ ਗਿਆ ਵੀ ਇਹ ਤਾਂ ਸਾਡੀ ਮਾਲਕੀ ਆ, ਤਾਂ ਸਾਡੇ ਪਰਿਵਾਰ 'ਚ ਹੀ ਰਹੂਗੀ। ਸਾਡੇ ਗੁਰਦਾਸਪੁਰ ਦੀ ਜੇ ਗੱਲ ਕਰੀਏ, ਇੱਕ ਐਮਐਲਏ ਬਣਿਆ, ਨਾਲ ਭਰਾ ਇੱਕ ਪ੍ਰਧਾਨ ਬਣ ਗਿਆ ਮਿਲਕਫੈਡ ਦਾ, ਨਾਲ ਚਾਚੇ ਦਾ ਮੁੰਡਾ ਹੀ ਦੂਸਰੇ ਥਾਂ ਦੇ ਪ੍ਰਧਾਨ ਲੱਗ ਗਿਆ। ਵਰਕਰ ਕਿੱਥੇ ਗਏ? ਵਰਕਰਾਂ ਨੂੰ ਕੀ ਦਿੱਤਾ? ਜਿਨ੍ਹਾਂ ਨੇ ਡਾਂਗਾ ਖਾਧੀਆਂ, ਜਿਨ੍ਹਾਂ ਨੇ ਆਪਣੀਆਂ ਪਿੰਡ ਇੰਨਾ ਖਰਚਾ ਕੀਤਾ, ਉਹਨਾਂ ਦੇ ਹੱਥ ਕੀ ਆਇਆ ਆ? ਸਿਰਫ ਪਿੰਡਾਂ ਦੇ ਵਿੱਚ ਧੜੇਬਾਜ਼ੀਆਂ, ਝਗੜੇ, ਖਰਚੇ ਕੀਤੇ, ਆਪਣਾ ਟਾਈਮ ਖਰਾਬ ਕੀਤਾ। ਇਹ ਤੇ ਗੱਲਾਂ ਸਿਰਫ ਕਹਿਣ ਦੀਆਂ ਨੇ। ਸਟੇਜ ਨੂੰ ਵਰਤਨ ਦੀ ਤੇ ਗੱਲ ਕੋਈ ਨਹੀਂ ਆ। ਸਟੇਜ ਦੀ ਵਰਤਨ ਦੀ ਇਹ ਤੇ ਸਿਰਫ ਇੱਕੋ ਗੱਲ ਆ ਵੀ ਸਾਡੇ ਕਿਸਾਨ ਲੀਡਰਾਂ ਨੇ ਵੀ ਇਹ ਗੱਲ ਕਹੀ ਸੀ, ਜਿੰਨੀ ਦੇਰ ਅੰਦੋਲਨ ਚੱਲਦਾ ਉਨੀ ਦੇਰ ਅਸੀਂ ਰਾਜਨੀਤੀ ਦੀ ਗੱਲ ਨਹੀਂ ਕਰਾਂਗੇ। ਤੇ ਜੋ ਲੋੜ ਮਹਿਸੂਸ ਹੋਈ ਆ, ਜਿਹੜੀ ਇਹ ਗੱਲ ਹੈ ਵੀ ਸਟੇਜ ਵਰਤੀ ਗਈ ਆ, ਅਸੀਂ ਕੀ ਗੱਲ ਸਾਰੀ ਉਮਰ ਦਾ ਠੇਕਾ ਲਿਆ ਆ ਕਿ ਅਸੀਂ ਸੰਘਰਸ਼ ਹੀ ਕਰਨਾ ਆ ਬਹਿ ਕੇ ਸੜਕਾਂ ਦੇ ਉੱਪਰ? ਜੇ ਇੱਥੇ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਬਣਦੇ ਨੇ, ਅਸੀਂ ਉੱਥੇ ਕਿਉਂ ਪਹੁੰਚ ਕੇ ਆਪਣੇ ਹੱਕਾਂ ਦੀ ਗੱਲ ਕਿਉਂ ਨਹੀਂ ਕਰ ਸਕਦੇ? ਕਿਉਂ ਨਾ ਜਿਹੜੇ ਉਹ ਕਾਨੂੰਨ ਬਣਦੇ ਨੇ ਉਹ ਅਸੀਂ ਆਪ ਬਣਾਈਏ, ਉਹਨਾਂ ਦੇ ਵਿੱਚ ਆਪਣੀ ਸਲਾਹ ਦਈਏ ਵੀ ਲੋਕਾਂ ਦੀ ਮੰਗ ਕੀ ਆ, ਲੋਕਾਂ ਦਾ ਭਲਾ ਕਿਹਦੇ ਵਿੱਚ ਆ। ਪਿਛਲੇ 70 ਸਾਲਾਂ ਦੇ ਵਿੱਚੋਂ ਇੰਨਾ ਫਸਲਾਂ ਦਾ ਖਰਾਬਾ ਹੁੰਦਾ, ਕਿੱਥੇ ਕਿਸੇ ਨੂੰ ਕੋਈ ਮੁਆਵਜ਼ਾ ਮਿਲਦਾ? ਕਿਉਂ ਮਜ਼ਦੂਰ ਅੱਜ ਤੱਕ ਸਾਡੇ ਚੌਂਕਾਂ ਦੇ ਵਿੱਚ ਖੜ ਕੇ ਦਿਹਾੜੀ ਦੀ ਵੇਟ ਕਰਦੇ ਆ? ਕਿਉਂ ਨਰੇਗਾ ਨੂੰ ਪ੍ਰੋਪਰ ਤਰੀਕੇ ਨਾਲ ਪਿੰਡਾਂ ਤੱਕ ਨਹੀਂ ਪਹੁੰਚਾਇਆ ਗਿਆ? ਕਿਉਂ ਸਾਡੇ ਵਪਾਰੀ ਵਰਗ ਨੂੰ ਇੱਕ ਪ੍ਰੋਪਰ ਤਰੀਕੇ ਨਾਲ ਉਹ ਆਪਣੇ ਕੰਮ ਨੂੰ ਲੈ ਕੇ ਇੰਸ਼ੋਰ ਕਿਉਂ ਨਹੀਂ ਹੈਗਾ ਕਿ ਸਾਡਾ ਕੰਮ ਚੱਲੇਗਾ? ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ, ਜਿਹੜਾ ਛੋਟਾ ਵਪਾਰੀ ਵਰਗਾ ਉਹ ਕਿੱਥੇ ਜਾਊਗਾ? ਤੇ ਲੱਗਦਾ ਨਹੀਂ ਕਿਸਾਨ ਜਿਹੜੇ ਦੋ ਫਾੜ ਹੋ ਗਏ ਨੇ, ਕਿਉਂਕਿ ਤੁਸੀਂ ਤਾਂ ਆਪਣਾ ਸੰਯੁਕਤ ਸਮਾਜ ਮੋਰਚਾ ਬਣਾ ਲਿਆ, ਲੇਕਿਨ ਕਈ ਐਸੀਆਂ ਜਿਹੜੀ ਜਥੇਬੰਦੀਆਂ ਨੇ, ਚਾਹੇ ਡਕੌਂਦਾ ਹੋਵੇ, ਚਾਹੇ ਹੋਰ ਜਿਹੜੀ ਜਥੇਬੰਦੀਆਂ ਨੇ, ਉਹ ਤੁਹਾਡੇ ਨਾਲ ਹੀ ਤੁਰ ਰਹੀਆਂ। ਨਹੀਂ ਜੀ, ਬਿਲਕੁਲ ਨਹੀਂ ਹੈ। ਠੀਕ ਹੈ, ਮੈਂ ਇੱਕ ਸਵਾਲ ਜ਼ਰੂਰ ਕਰਦਾ। ਉਹ ਜੇ ਹਰੇਕ ਜਥੇਬੰਦੀ ਦਾ ਆਪੋ ਆਪਣੇ ਸਿਧਾਂਤ ਨੇ, ਪਰ ਜਿਨ੍ਹਾਂ ਨੇ 1.5 ਸਾਲ ਬੈਠ ਕੇ ਸੜਕਾਂ ਦੇ ਉੱਤੇ ਕੁੱਟ ਖਾਧੀ ਆ, ਮਾਰ ਖਾਧੀ ਆ, ਤਾਪ ਝੱਲਿਆ ਆ, ਤਪਦੀ ਗਰਮੀ ਦੇ ਵਿੱਚ ਠੰਡ ਝੱਲੀ ਆ, ਘਰੋਂ ਬੇਘਰ ਰਹੇ ਨੇ, ਕੀ ਉਹ ਅੱਜ ਜਾ ਕੇ ਅਕਾਲੀ, ਕਾਂਗਰਸੀ, ਆਮ ਪਾਰਟੀ ਵਾਲਿਆਂ ਨੂੰ ਵੋਟਾਂ ਪਾ ਦੇਣਗੇ? ਠੀਕ ਆ, ਉਹ ਸਿੱਧੇ ਤੌਰ ਤੇ ਖੁੱਲ ਕੇ ਨਹੀਂ ਆ ਰਹੇ, ਪਰ ਦਰਦ ਤੇ ਕਿਸਾਨੀ ਦਾ ਹੀ ਹੈ ਨਾ। ਲੜਾਈ ਤੇ ਕਿਸਾਨੀ ਦੀ ਲੜੀ ਸੀ। ਔਰ ਇਹ ਗੱਲ ਤੇ ਪੱਕੀ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲ ਜਾਣਗੇ, ਕਿਉਂਕਿ ਇਹ ਲੋਕਾਂ ਦਾ ਸਾਨੂੰ ਸਾਥ ਮਿਲ ਰਿਹਾ ਪੂਰੇ ਵੱਡੇ ਪੱਧਰ ਤੇ। ਸਾਡਾ ਕੌਨਫੀਡੈਂਸ ਦਿਨੋਂ ਦਿਨ ਵੱਧਦਾ ਜਾ ਰਿਹਾ। ਔਰ ਇਹ ਸਾਰੇ ਹੀ ਭਰਾ ਸਾਡੇ ਵੋਟਾਂ ਦੇ ਇਹਨਾਂ ਨੇ ਕਿਸਾਨੀ ਕੈਂਡੀਡੇਟ ਨੂੰ ਹੀ ਪਾਣੀਆਂ ਨੇ, ਕਿਸੇ ਰਾਜਨੀਤਿਕ ਪਾਰਟੀ ਵੱਲ ਤੇ ਜਾ ਨਹੀਂ ਰਹੇ, ਕਿਉਂਕਿ ਇਹ ਤੇ ਕਿਸੇ ਰਵਾਇਤੀ ਦਲ ਨੂੰ ਆਪਣੇ ਪਿੰਡਾਂ 'ਚ ਨਹੀਂ ਵੜਨ ਦੇ ਰਹੇ।
ਤੇ ਫਿਰ ਦੱਸੋ ਵੀ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਕਿੱਦਾਂ ਪ੍ਰੇਰਿਤ ਕਰ ਸਕਦੇ ਆ ਜਾਂ ਵਿਰੋਧ ਕਿੱਦਾਂ ਕਰ ਸਕਦੇ ਆ। ਠੀਕ ਆ, ਜੋ ਜਥੇਬੰਦੀ ਦੇ ਸਿਧਾਂਤ ਨੇ ਉਹਦੇ ਸਿਧਾਂਤਾਂ 'ਤੇ ਪੂਰਾ ਰਹਿਣਾ ਚਾਹੀਦਾ, ਪਰ ਦੋ ਫਾੜ ਹੋਣ ਵਾਲੀ ਗੱਲ ਕੋਈ ਨਹੀਂ ਆ। ਜਦਨ ਐਸਕੇਐਮ ਦੀ ਕੋਈ ਕਾਲ ਆ ਜੂਗੀ, ਠੀਕ ਆ, ਸਾਡੇ ਨਾਲ ਸਟੇਜ ਤੇ ਭਾਵੇਂ ਅਜੇ 4 ਮਹੀਨੇ ਦਾ ਸਾਡਾ ਉਹਨਾਂ ਨੇ ਕਿਨਾਰਾ ਕੀਤਾ, ਬਟ ਥੱਲੇ ਬੈਠਾਂਗੇ ਜਾ ਕੇ ਆਪਣੀਆਂ ਕੰਪੇਨ ਛੱਡ ਕੇ ਵੀ ਉੱਥੇ ਜਾਵਾਂਗੇ। ਜਿੱਦਣ ਕੋਈ ਐਸਕੇਐਮ ਦੀ ਕਾਲ ਆ ਗਈ ਆਪਾਂ ਸਭ ਕੁਝ ਛੱਡ ਕੇ, ਸਭ ਤੋਂ ਪਹਿਲਾਂ ਸਾਡੇ ਲਈ ਐਸਕੇਐਮ ਆ, ਉਸ ਤੋਂ ਬਾਅਦ ਇਹ ਰਾਜਨੀਤੀ ਆ। ਮੁਕਾਬਲਾ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਵੱਡੇ ਸਿਆਸਤੀ ਲੀਡਰ ਇੱਥੇ ਹੈਗੇ ਨੇ, ਵਰਿੰਦਰਮੀਤ ਸਿੰਘ ਪਾੜਾ ਮੌਜੂਦਾ ਵਿਧਾਇਕ ਹੈਗੇ ਨੇ, ਗੁਰਬਚਨ ਸਿੰਘ ਬੱਬੇਹਾਲੀ ਸਾਬਕਾ ਵਿਧਾਇਕ ਹੈਗੇ ਨੇ, ਰਮਨ ਬੈਲ ਉਹ ਵੀ ਪੁਰਾਣੇ ਸਿਆਸੀ ਲੀਡਰ ਨੇ। ਲੱਗਦਾ ਤੁਹਾਡਾ ਪਹਿਲਾਂ ਨਵਾਂ ਆਧਾਰ ਸ਼ੁਰੂ ਹੋਇਆ, ਲੱਗਦਾ ਕਿ ਲੋਕ ਪਸੰਦ ਕਰਨਗੇ ਜੀ। ਨਵਾਂ ਆਧਾਰ ਤੇ ਸਾਡਾ ਕੋਈ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਇਹ ਕਿਸਾਨਾਂ ਨੂੰ ਨਾ ਇੱਕ ਮਜ਼ਾਕ ਸਮਝਦੇ ਸੀਗੇ ਵੀ ਜਦੋਂ 11 ਮੀਟਿੰਗਾਂ ਹੋਈਆਂ ਸਰਕਾਰ ਨਾਲ ਤੇ ਉੱਥੇ ਪਹਿਲਾਂ ਸਰਕਾਰਾਂ ਨੂੰ ਕਹਿੰਦੇ ਸੀ ਵੀ ਸਾਡਾ ਕੋਈ ਸਟੇਟਸ ਨਹੀਂ ਹੈਗਾ। ਸਰਕਾਰਾਂ ਕਿਸਾਨਾਂ ਬਾਰੇ ਕਹਿੰਦੀਆਂ ਸੀ, ਇਹਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੀ, ਪਰ ਉਹਨਾਂ ਹੀ ਕਿਸਾਨਾਂ ਨੇ ਮੁੜ ਕੇ ਇਹਨਾਂ ਨੂੰ ਜਵਾਬ ਦੇਣ ਤੋਂ ਵੀ ਸਮਰੱਥ ਕਰ ਦਿੱਤਾ ਵੀ ਉਹਨਾਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਜਿਨ੍ਹਾਂ ਨੂੰ ਇਹ ਅਨਪੜ੍ਹ ਕਹਿੰਦੇ ਸੀ। ਤੇ ਸਾਡਾ ਤੇ 1.5 ਸਾਲ ਦਾ ਡਾਂਗਾ ਖਾਣ ਦਾ ਐਕਸਪੀਰੀਅੰਸ ਆ, ਔਰ ਉਹਦੇ ਵਿੱਚ ਇੱਕ ਘਰ ਦਾ ਪਤਾ ਆ ਵੀ ਕੀ ਲੋੜ ਆ ਜ਼ਮੀਨੀ ਪੱਧਰ ਦੇ ਉੱਪਰ, ਕਿਸ ਤਰ੍ਹਾਂ ਅਸੀਂ ਉਸ ਨੂੰ ਮੁਕੰਮਲ ਕਰਨਾ, ਕਿੱਦਾਂ ਸਿਰੇ ਚਾੜਨਾ ਆ। ਹਾਂ, ਇੱਕ ਗੱਲ ਦੀ ਮੁਸ਼ਕਲ ਜ਼ਰੂਰ ਆ ਸਕਦੀ ਹੈ ਵੀ ਰਵਾਇਤੀ ਪਾਰਟੀਆਂ ਨੇ 70 ਸਾਲਾਂ ਤੋਂ ਸਾਡੇ ਲੋਕਾਂ ਦੀ ਲੁੱਟ ਕੀਤੀ ਆ। ਜਿੰਨਾ ਇਹ ਪੈਸਾ ਖਰਚ ਸਕਦੇ ਨੇ, ਵੋਟਾਂ ਖਰੀਦ ਸਕਦੇ ਆ, ਸ਼ਰਾਬ ਪਿਆ ਸਕਦੇ ਆ, ਉਹ ਅਸੀਂ ਨਹੀਂ ਕਰ ਸਕਦੇ। ਅਸੀਂ ਤਾਂ ਲੋਕਾਂ ਨੂੰ ਇਹੋ ਬੇਨਤੀ ਕਰਾਂਗੇ, ਆਪ ਮੁਹਾਰੇ ਹੋ ਕੇ ਇਹ ਜੰਗ ਵੀ ਆਪ ਸਿਰੇ ਚਾੜਿਓ, ਕਿਉਂਕਿ ਸਾਡੇ ਕੋਲ ਤੇ ਆਪਣਾ ਚੋਣ ਪ੍ਰਚਾਰ ਕਰਨ ਵਾਸਤੇ ਜੋ ਬੇਸਿਕ ਹੈਗੇ ਚਾਹੀਦੇ ਹੁੰਦੇ ਆ, ਪੈਂਫਲੇਟ, ਸਟicker, ਸਾਡੇ ਕੋਲ ਤੇ ਉਹਦਾ ਖਰਚਾ ਨਹੀਂ ਪੂਰਾ ਕੀਤਾ ਜਾ ਰਿਹਾ। ਅਸੀਂ ਤੇ ਆਲਰੇਡੀ ਪਿਛਲੇ ਲੱਖਾਂ ਹੀ ਸੰਘਰਸ਼ ਦੇ ਉੱਪਰ ਖਰਚ ਕਰਕੇ ਆਏ ਆ। ਸੋ ਇਸ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਸਾਡੀ ਆਵਾਜ਼ ਵੱਸਦੀ ਆ, ਲੋਕ ਹੀ ਸਾਡਾ ਸਾਥ ਦੇਣਗੇ। ਇਹ ਰਵਾਇਤੀ ਪਾਰਟੀਆਂ ਦਾ ਅਸੀਂ ਮੁਕਾਬਲਾ ਖਰਚੇ ਨਾਲ ਨਹੀਂ ਕਰ ਸਕਦੇ, ਪਰ ਅੰਦੋਲਨ ਦੇ ਵਿੱਚ ਕਿਤੇ ਲੱਭੇ ਵੀ ਨਹੀਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਨਹੀਂ ਲੱਭਣ ਦੇਣਾ। ਜਿੱਦਣ ਫਤਵਾ ਆਇਆ ਸਾਰਾ ਕੁਝ ਉਦੋਂ ਨਿਕਲ ਕੇ ਸਾਹਮਣੇ ਆਊਗਾ। ਕਿਸਾਨੀ ਸੰਘਰਸ਼ ਦੌਰਾਨ ਗਾਇਕ ਹੋਣ ਚਾਹੇ ਸਮਾਜ ਸੇਵੀ ਹੋਣ, ਵੱਧ ਚੜ ਕੇ ਉਹਨਾਂ ਹਿੱਸਾ ਪਾਇਆ ਸੀ ਸੰਘਰਸ਼ ਦੌਰਾਨ। ਲੱਗਦਾ ਵੀ ਇਸ ਰਾਜਨੀਤੀ ਵਿੱਚ ਵੀ ਉਹ ਹਿੱਸਾ ਹੋਣਗੇ ਆਪਾਂ। ਬਿਲਕੁਲ ਜੀ, ਕੱਲ ਵੀ ਜਿਹੜੇ ਸਾਡੇ ਵੱਡੇ ਚਿਹਰੇ ਗੁਰਦਾਸਪੁਰ ਚ ਆ ਕੇ ਸਾਡਾ ਸਾਥ ਦਿੰਦੇ ਰਹੇ ਨੇ, ਉਹਨਾਂ ਦਾ ਪੂਰਾ ਸਾਨੂੰ ਸਾਥ ਮਿਲ ਰਿਹਾ। ਉਹ ਕਾਲ ਕਰ ਰਹੇ ਨੇ, ਸਾਡੇ ਕੋਲ ਕੰਪੇਨ ਦੇ ਕਰਕੇ ਸਮਾਂ ਘੱਟ ਆ, ਪਰ ਉਹ ਸਾਡਾ ਹੌਸਲਾ ਵਧਾ ਰਹੇ ਨੇ ਵੀ ਦੱਸੋ ਕਿੱਦਣ ਆਈਏ। ਡਾਕਟਰ ਸੁਹਾਇਮਾਨ ਜੀ, ਲੱਖਾ ਸਿਧਾਣਾ ਬਾਈ, ਸਾਡੇ ਡਾਕਟਰ ਰਾਜੇਵਾਲ ਜੀ, ਸਾਡੇ ਚੜੂਨੀ ਸਾਹਿਬ, ਉਸ ਤੋਂ ਬਾਅਦ ਜੋਗਰਾਜ ਜੀ, ਬੱਬੂ ਮਾਨ ਜੀ, ਇਹ ਸਾਰੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਆ ਕੇ ਸਾਡੇ ਚੋਣ ਪ੍ਰਚਾਰ ਦੇ ਵਿੱਚ ਉਤਰਨਗੇ। ਉਹਦੇ ਨਾਲ ਸਾਡਾ ਹੋਰ ਕੌਨਫੀਡੈਂਸ ਵਧੂਗਾ ਔਰ ਲੋਕਾਂ ਨੂੰ ਵੀ ਪਤਾ ਲੱਗੂਗਾ ਕਿ ਵਾਕਈ ਹੀ ਹਰੇਕ ਵਰਗ ਇਸ ਵੇਲੇ ਕਿਸਾਨੀ ਲਈ ਮਿਹਨਤ ਕਰ ਰਿਹਾ ਔਰ ਬਦਲਾਅ ਦੀ ਗੱਲ ਕਰ ਰਿਹਾ। ਕੀ ਚੋਣ ਮੈਨੀਫੈਸਟੋ ਹੋਏਗਾ? ਲਾਸਟ ਵਾਰ ਚੋਣ ਮੈਨੀਫੈਸਟੋ ਸਾਡਾ ਇਹ ਰਹੂਗਾ ਵੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਊਗੀ ਐਜੂਕੇਸ਼ਨ ਦੀ, ਵੀ ਜਿਹੜੀ ਇਹਨਾਂ ਨੇ ਪਰਸੈਂਟੇਜ ਹੀ ਇੱਕ ਥੱਲੇ ਕਰਤੀ ਜੀ, ਇੰਨਾ ਪਰਸੈਂਟੇਜ ਘੱਟ ਰਹੀ ਤੇ ਫਿਰ ਸਾਡੇ ਪੰਜਾਬ ਦੇ ਜਿੰਨਾ ਵੀ ਯੂਥ ਹੈਗਾ ਕਿੱਦਾਂ ਕੰਪੀਟੀਸ਼ਨ ਦੇ ਵਿੱਚ ਆਊਗਾ। ਹੈਲਥ ਸਿਸਟਮ ਕਿੱਥੇ ਆ? ਵੱਡੇ ਦਾਅਵੇ ਕੀਤੇ ਜਾਂਦੇ ਨੇ ਵੀ ਹਲਦੀ ਹੈਲਥ ਦਾ ਇੰਨਾ ਸੁਧਾਰ ਕਰਤਾ, ਇਹ ਕਰਤਾ, ਉਹ ਕਰਤਾ, ਪਰ ਉਹਨਾਂ ਦੀ ਤੀਜੀ ਲਹਿਰ ਆ ਗਈ ਆ। ਸਾਡੇ ਗੁਰਦਾਸਪੁਰ ਦੇ ਵਿੱਚ ਕਿੰਨੇ ਕੁ ਆਕਸੀਜਨ ਦੇ ਪਲਾਂਟ ਲੱਗੇ ਨੇ, ਕਿੰਨੇ ਵੈਂਟੀਲੇਟਰ ਨੇ ਸਾਡੇ, ਇਹ ਵੱਡੇ ਸਵਾਲ ਨੇ। ਤੇ ਉਸ ਤੋਂ ਬਾਅਦ ਜਿਹੜਾ ਵੀ ਸਾਡਾ ਇੱਕ ਹੈਗਾ ਮਾਫੀਆ, ਡਰੱਗ ਮਾਫੀਆ, ਉਹਨੂੰ ਖਤਮ ਕਰਾਂਗੇ ਪੂਰੇ। ਤੇ ਕੱਚੇ ਮੁਲਾਜ਼ਮਾਂ ਦੀ ਜਿਹੜੀ ਭਰਤੀ ਕੀਤੀ ਜਾਂਦੀ ਆ ਉਸ ਨੂੰ ਸਿੱਧੀ ਡਾਇਰੈਕਟ ਭਰਤੀ ਕੀਤੀ ਜਾਊਗੀ। ਜਿਹੜਾ ਵੀ ਕੋਈ ਬੱਚਾ ਇਸ ਧਰਤੀ ਤੇ ਜਨਮ ਲੈਂਦਾ ਉਸੇ ਦਿਨ ਤੋਂ ਉਹਦੀ ਇੰਸ਼ੋਰੈਂਸ ਸ਼ੁਰੂ ਹੋਊਗੀ। ਇਹ ਸਾਡੇ ਵੱਲੋਂ ਸੁਝਾਅ ਦਿੱਤੇ ਗਏ ਨੇ। ਚੋਣ ਮੈਨੀਫੈਸਟੋ 2-3 ਦਿਨਾਂ ਦੇ ਵਿੱਚ ਸਾਡਾ ਜਾਰੀ ਹੋਣ ਜਾ ਰਿਹਾ। ਉਹਦੇ ਵਿੱਚ ਸਭ ਤੋਂ ਪਹਿਲਾਂ ਦੀ ਅਸੀਂ ਜੋ ਮੰਗ ਕੀਤੀ ਆ ਵੀ ਟੀਚਰ ਸਿਰਫ ਸਕੂਲਾਂ ਤੱਕ ਹੀ ਸੀਮਤ ਰਹਿਣ, ਉਹਨਾਂ ਦੀ ਬਾਹਰ ਹੋਰ ਫੀਲਡ ਦੇ ਵਿੱਚ ਡਿਊਟੀ ਨਾ ਲਾਈ ਜਾਵੇ। ਜਿਹੜਾ 3 ਸਾਲ ਦਾ ਪੀਰੀਅਡ ਹੁੰਦਾ 10,000 ਤੇ, ਉਹ ਕੀ 10,000 ਦੇ ਵਿੱਚ ਇੱਕ ਅਗਰਸਤ ਜੀਵਨ ਵਾਲਾ ਕਿੱਦਾਂ ਖਰਚਾ ਪੂਰਾ ਕਰ ਲੂਗਾ? ਉਹਨਾਂ ਦੀ ਸਿੱਧੀ ਜਿਹੜੀ ਹੈਗੀ ਜਦੋਂ ਵੀ ਭਰਤੀ ਹੁੰਦੀ ਆ ਪੂਰੀ ਤਨਖਾਹ ਦੀ ਅਸੀਂ ਮੰਗ ਕੀਤੀ ਹੈ ਵੀ ਉਹਨਾਂ ਨੂੰ ਪੂਰੀ ਤਨਖਾਹ ਤੋਂ ਸ਼ੁਰੂ ਕਰਵਾਇਆ ਜਾਵੇ। ਕੱਚੇ ਮੁਲਾਜ਼ਮ ਸਾਰੇ ਪੱਕੇ ਕੀਤੇ ਜਾਣਗੇ, ਕੱਚੀ ਭਰਤੀ ਕੀਤੀ ਨਹੀਂ ਜਾਊਗੀ ਅੱਗੇ ਤੋਂ। ਇਦਾਂ ਦੇ ਜਿਹੜੇ ਦੂਸਰੀ ਗੱਲ ਕਰਾਂਗੇ ਅਸੀਂ ਪੰਜਾਬ ਦੇ ਪਾਣੀ ਦੀ, ਵੀ ਜਿਹੜਾ ਸਾਡਾ ਜ਼ਮੀਨ ਦੇ ਵਿੱਚੋਂ ਵੱਡੇ ਪੱਧਰ ਤੇ ਪਾਣੀ ਕੱਢਿਆ ਜਾ ਰਿਹਾ, ਉਹ ਅਸੀਂ ਜੋ ਨਹਿਰੀ ਪਾਣੀ ਹੈਗਾ ਉਹ ਆਪਣੀਆਂ ਜ਼ਮੀਨਾਂ ਤੱਕ ਲਿਆਉਣ ਦਾ ਪ੍ਰਬੰਧ ਕਰਾਂਗੇ ਤਾਂ ਕਿ ਜੋ ਸਾਡਾ ਸਟੋਰੇਜ ਪਾਣੀ ਆ ਉਹ ਬਚ ਸਕੇ। ਜਿਹੜੀਆਂ ਵੀ ਇਹ ਕੀਟਨਾਸ਼ਕ ਦਵਾਈਆਂ ਨੇ ਇਹਨਾਂ ਤੋਂ ਲੋਕਾਂ ਨੂੰ ਸਿੱਧਾ ਪ੍ਰੇਰਿਤ ਕਰਾਂਗੇ ਕਿ ਵੀ ਕਿਸ ਤਰ੍ਹਾਂ ਇਹਦੇ ਕੀਟਨਾਸ਼ਕ ਛਿੜਕਾਅ ਦੇ ਨਾਲ ਸਾਡੀ ਸਿਹਤ ਵੀ ਵਿਗੜਦੀ ਹੈ, ਕੈਂਸਰ ਵਰਗੀਆਂ ਬਿਮਾਰੀਆਂ ਲੱਗਦੀਆਂ ਨੇ। ਸੋ ਇਦਾਂ ਦੇ ਅਸੀਂ ਸੁਝਾਅ ਅੱਗੇ ਜਿਹੜੇ ਆਪਣੇ ਮੈਨੀਫੈਸਟੋ ਦੀ ਟੀਮ ਨੂੰ ਦਿੱਤੇ ਨੇ। 1-2 ਦਿਨ ਦੇ ਵਿੱਚ ਸਭ ਕੁਝ ਸਾਹਮਣੇ ਆ।
ਇਹ ਸਨ ਗੁਰਦਾਸਪੁਰ ਤੋਂ ਜੋ ਉਮੀਦਵਾਰ ਐਲਾਨੇ ਗਏ ਨੇ ਕਿਸਾਨ ਪਾਰਟੀ ਵੱਲੋਂ। ਉਹਨਾਂ ਨੇ ਕਿਹਾ ਕਿ ਵਿਕਾਸ ਦੇ ਮੁੱਦੇ ਤੇ ਹੀ ਚੋਣ ਲੜੀ ਜਾਵੇਗੀ। ਪੰਜਾਬ ਦੇ ਜੋ ਮਸਲੇ ਹੈਗੇ ਨੇ, ਗੁਰਦਾਸਪੁਰ ਹਲਕੇ ਦੇ ਜੋ ਮਸਲੇ ਹੈਗੇ ਨੇ, ਉਹ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਇਹ ਨੌਜਵਾਨ ਨੇ ਕਿਹਾ ਕਿ ਕਿਤੇ ਨਾ ਕਿਤੇ ਜੋ ਕਿਸਾਨ ਮੋਰਚਾ ਹੈਗਾ ਵਾ ਉਸਨੇ ਇਹਨਾਂ ਦੀ ਜੋ ਕਿਸਾਨੀ ਸੰਘਰਸ਼ ਦੇ ਦੌਰਾਨ ਜੋ ਇਹਨਾਂ ਨੇ ਵਧੀਆ ਸ਼ਮੂਲੀਅਤ ਕੀਤੀ ਸੀ, ਜੋ ਆਪਣੇ ਪਿੰਡੇ ਤੇ ਸੰਤਾਪ ਹੋ ਗਿਆ ਸੀਗਾ, ਉਸ ਦੇ ਕਰਕੇ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਹੈ ਅਤੇ ਪੰਜਾਬ ਦੇ ਮਸਲੇ ਹਮੇਸ਼ਾ ਚੁੱਕਦੇ ਰਹਿਣਗੇ। ਕੈਮਰਾ ਪਰਸਨ ਕਵਲਜੀਤ ਸਿੰਘ ਦੇ ਨਾਲ ਅਵਤਾਰ ਸਿੰਘ, ਸੁਰਖਾਬ ਟੀਵੀ, ਗੁਰਦਾਸਪੁਰ।